सुखदेव सिंह जी, डॉक्टर गुरनाम कौर जी ਤੇ ਜਵਾਨ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਸ ਸੈਮੀਨਾਰ ਦੇ ਲਈ ਜੋ ਵਿਸ਼ਾ ਦਿੱਤਾ ਗਿਆ ਸੀ ਉਹ ਸੀ ਸਿਧਾਂਤਕ ਅਤੇ ਇਤਿਹਾਸਕ ਪ੍ਰਸੰਗ ਵਿੱਚ ਪੰਜ ਪਿਆਰੇ। ਅਤੇ ਮੈਂ ਇੱਥੇ ਮੈਨੂੰ ਇਹ ਮੰਨਣ ਦੇ ਵਿੱਚ ਸਵੀਕਾਰ ਕਰਨ ਦੇ ਵਿੱਚ ਕੋਈ ਹੈਜ਼ੀਟੇਸ਼ਨ ਨਹੀਂ ਕਿ ਇਸ ਪੇਪਰ ਨੂੰ ਲਿਖਵਾਉਣ ਦਾ ਸਾਰਾ ਹੀ ਸਿਹਰਾ ਡਾਕਟਰ ਗੁਰਨਾਮ ਕੌਰ ਨੂੰ ਜਾਂਦਾ ਹੈ, ਕਿਉਂਕਿ ਜਿੰਨਾ ਇਹਨਾਂ ਨੇ ਮੋਟੀਵੇਟ ਕੀਤਾ ਕਿ ਜ਼ਰੂਰ ਲਿਖਾਉਣਾ ਹੈ ਅਤੇ ਜ਼ਰੂਰ ਪੇਪਰ ਵੀ ਲਿਖਣਾ ਹੈ, ਉਸ ਦੇ ਲਈ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ। ਇਹਨਾਂ ਨੇ ਮੌਕਾ ਵੀ ਦਿੱਤਾ। ਪੇਪਰ ਲਿਖੀ ਨੂੰ ਤੁਹਾਡੇ ਸਾਹਮਣੇ ਨਹੀਂ ਪਹੁੰਚ ਸਕਿਆ, ਇਸ ਦੀ ਮੈਂ ਖਿਮਾ ਚਾਹੁੰਦਾ। ਟਾਈਟਲ ਹੈ ਜਿਸ ਟਾਈਟਲ ਤੋਂ ਜਿਸ ਤਰ੍ਹਾਂ ਕਿ ਇਹ ਕਨਸੀਵ ਕੀਤਾ ਗਿਆ ਕਿ ਪਰਚਾ ਜਦੋਂ ਸੈਮੀਨਾਰ ਦੇ ਪ੍ਰਬੰਧਕਾਂ ਨੇ ਸੋਚਿਆ ਹੋਏਗਾ, ਇਹਦੇ ਦੋ ਆਸਪੈਕਟ ਨੇ, ਇੱਕ ਸਿਧਾਂਤਕ ਹੈ, ਇੱਕ ਹਿਸਟੋਰੀਕਲ। ਅੱਛਾ, ਹੁਣ ਸਿਧਾਂਤਕ ਪ੍ਰਸੰਗ ਤੇ ਇਤਿਹਾਸਕ ਪ੍ਰਸੰਗ ਨੂੰ ਮੈਂ ਜਦੋਂ ਦੇਖਦਾ ਐਜ਼ ਏ ਸਕਾਲਰ, ਸਿਧਾਂਤ ਤੇ ਵੀ ਮੈਨੂੰ ਦੋ ਪਹਿਲੂ ਨਜ਼ਰ ਆਉਂਦੇ ਨੇ ਤੇ ਇਤਿਹਾਸ ਤੇ ਵੀ। ਜਦੋਂ ਅਸੀਂ ਸਿਧਾਂਤ ਦੀ ਗੱਲ ਕਰਦੇ ਹਾਂ ਤੇ ਇਤਿਹਾਸ ਦੀ ਗੱਲ ਕਰਦੇ ਹਾਂ, ਪੰਜ ਪਿਆਰਿਆਂ ਦੇ ਪ੍ਰਸੰਗ ਦੇ ਵਿੱਚ ਸਾਡੇ ਸਾਹਮਣੇ ਫੱਟ 1699 ਦੀ ਵਿਸਾਖੀ ਦਾ ਦਿਹਾੜਾ ਤੇ ਉਸ ਸਮੇਂ ਖਾਲਸੇ ਦੀ ਸਾਜਨਾ ਨਾਲ ਸੰਬੰਧਿਤ ਜਿਹੜੇ ਪੰਜ ਪਿਆਰੇ ਨੇ ਉਹਨਾਂ ਦੀ ਚੋਣ, ਉਹਨਾਂ ਦੀ ਰਹਿ ਸਾਡੇ ਸਾਹਮਣੇ ਆ ਜਾਂਦੀ ਹੈ। ਤੇ ਮੈਂ ਇਹ ਮਹਿਸੂਸ ਕਰਦਾ ਕਿ ਕੀ ਇਹ ਪੰਜ ਪਿਆਰਿਆਂ ਦੀ ਇੰਸਟੀਟਿਊਸ਼ਨ, ਮੈਂ ਇਹਨੂੰ ਇੰਸਟੀਟਿਊਸ਼ਨ ਦਾ ਦਰਜਾ ਦਿੰਦਾ, ਕਿਸ ਸਿਧਾਂਤ ਦੇ ਅਧੀਨ ਐਸਟੈਬਲਿਸ਼ ਕੀਤੀ ਗਈ ਸੀ? ਕੀ ਗੁਰੂ ਗੋਬਿੰਦ ਸਿੰਘ ਜੀ ਤੋਂ ਪੂਰਵ ਸਿੱਖ ਧਰਮ ਦੇ ਵਿੱਚ ਕੋਈ ਪੰਜਾਂ ਦਾ ਕਨਸੈਪਟ ਹੈ ਸੀ ਜਾਂ ਨਹੀਂ? ਇੱਕ ਤਾਂ ਆਸਪੈਕਟ ਉਹ ਹੈ, ਉਹ ਧਨਵਾਰ ਸਾਹਿਬ ਨੇ ਆਪਣੇ ਪਰਚੇ ਦੇ ਪਹਿਲੇ ਪੁਆਇੰਟ ਦੇ ਵਿੱਚ ਕਾਫੀ ਸਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ। ਦੂਸਰਾ, ਉਸ ਤੋਂ ਬਾਅਦ ਕਿ ਇਸ ਸਿਧਾਂਤ ਨੇ ਅੱਗੋਂ ਕਿਹੜੇ ਸਿਧਾਂਤਾਂ ਨੂੰ ਐਸਟੈਬਲਿਸ਼ ਕੀਤਾ ਤੇ ਅੱਗੇ ਹੋਰਨਾਂ ਸਿਧਾਂਤਾਂ ਨੂੰ ਕਿਹੜਿਆਂ ਨੂੰ ਇਫੈਕਟ ਕੀਤਾ ਜਾਂ ਇਨਫਲੂਐਂਸ ਕੀਤਾ ਹਿਸਟਰੀ ਦੇ ਵਿੱਚ, ਸਿੱਖ ਆਈਡੀਆਜ਼ ਨੂੰ ਮੈਨੀਫੈਸਟ ਕਰਨ ਦੇ ਵਿੱਚ ਇਹਨਾਂ ਦਾ ਕੀ ਰੋਲ ਹੈ। ਇੱਕ ਉਹ ਇਤਿਹਾਸਕ ਪ੍ਰਸੰਗ ਦੇ ਵਿੱਚ ਵੀ ਇਹੀ ਦੋ ਚੀਜ਼ਾਂ ਸਾਡੇ ਸਾਹਮਣੇ ਨੇ। ਕੀ ਗੁਰੂ ਗੋਬਿੰਦ ਸਿੰਘ ਜੀ ਤੋਂ ਪੂਰਵ ਇਤਿਹਾਸ ਕੋਈ ਪੰਜ ਪਿਆਰਿਆਂ ਦੀ ਸਾਡੇ ਪਾਸ ਕੋਈ ਪ੍ਰਥਾ ਹੈ, ਪੰਜਾਂ ਸਿੰਘਾਂ ਦੀ ਪ੍ਰਥਾ ਹੈ ਜਾਂ ਪੰਜ ਸਿੱਖਾਂ ਦੀ ਪ੍ਰਥਾ ਹੈ, ਤੇ ਇਤਿਹਾਸ ਵਿੱਚ ਉਹਨਾਂ ਦੀ ਭੂਮਿਕਾ ਤੇ ਰੋਲ ਜਿਸ ਨੂੰ ਮੈਂ ਕਹਿੰਦਾ ਕਿ ਮਹੱਤਤਾ ਕਿਸ ਤਰ੍ਹਾਂ ਦੀ ਰਹੀ ਹੈ। ਇਹ ਦੋਨੋਂ ਆਸਪੈਕਟ ਨੇ ਜਿਹੜੇ ਡਾਕਟਰੀਨਲ ਐਂਡ ਹਿਸਟੋਰੀਕਲ, ਇਹਨਾਂ ਨੂੰ ਐਕਸਪਲੇਨ ਕਰਨ ਦੇ ਲਈ ਮੈਂ ਆਪਣੇ ਪਾਸ ਦੋ ਪੈਰਾਮੀਟਰਸ ਲਏ ਨੇ। ਇੱਕ ਤਾਂ ਹੈ ਰਿਲੀਜੀਅਸ ਐਕਸਪੀਰੀਅੰਸ ਦਾ ਤੇ ਦੂਸਰਾ ਹੈ ਰਿਲੀਜੀਅਸ ਅਥਾਰਟੀ, ਜਿਹੜੀ ਕਿ ਅਸੀਂ ਇੱਥੇ ਸੁਬਾਹ ਦੇ ਸੈਸ਼ਨ ਦੇ ਵਿੱਚ ਗੱਲ ਕਰਦੇ ਰਹੇ ਹਾਂ। ਮੈਂ ਇਹਨਾਂ ਦੋਨੋਂ ਆਸਪੈਕਟਸ ਨੂੰ ਇਹਨਾਂ ਦੋਨੋਂ ਪੈਰਾਮੀਟਰਸ ਦੇ ਵਿੱਚ ਰੱਖ ਕੇ ਹੀ ਐਕਸਪਲੇਨ ਕਰਾਂਗਾ। ਪਹਿਲੀ ਗੱਲ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਪੂਰਵਲਾ ਕੋਈ ਸਿਧਾਂਤ ਇਹ ਪੰਜਾਂ ਦੇ ਸੰਬੰਧ ਦੇ ਵਿੱਚ ਸਾਡੇ ਪਾਸ ਹੈ ਸੀ। ਜੇਕਰ ਅਸੀਂ ਇੰਡੀਅਨ ਟ੍ਰੈਡੀਸ਼ਨ ਦੇ ਉੱਤੇ ਧਿਆਨ ਮਾਰੀਏ ਤਾਂ ਪੰਚਾਇਤੀ ਸਿਸਟਮ ਹੈ ਜਿਹੜਾ ਸਾਡੇ ਪਾਸ ਬਹੁਤ ਪੁਰਾਣਾ, ਜਿਹੜਾ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਮੌਰੀਅਨ ਟਾਈਮ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਪ੍ਰਥਾ ਹੈਗੀ ਸੀ, ਜਿਹੜੀ ਪਿੰਡਾਂ ਦੇ ਵਿੱਚ ਵੀ ਸੀ ਤੇ ਉਹ ਪਿੰਡਾਂ ਦੇ ਜਾਂ ਕਮਿਊਨਿਟੀ ਮਾਮਲੇ, ਕਿਸੇ ਟਰਾਈਬ ਦੀ ਵੀ ਹੋ ਸਕਦੀ ਸੀ, ਕਿਸੇ ਕਾਸਟ ਦੀ ਵੀ ਹੋ ਸਕਦੀ ਸੀ, ਕਿਸੇ ਪਿੰਡ ਦੀ ਵੀ ਹੋ ਸਕਦੀ ਸੀ। ਜਿਹੜੇ ਪਿੰਡ ਦੇ ਬਜ਼ੁਰਗ, ਜਿਹੜੇ ਪੰਚ ਕਹਿੰਦੇ ਅਸੀਂ, ਪੰਚਾਇਤੀ ਸਿਸਟਮ ਉਹ ਮੌਜੂਦ ਸੀ। ਔਰ ਉਸ ਤੋਂ ਇਲਾਵਾ ਜਿਹੜਾ ਕਿ ਸਿੱਖ ਧਰਮ ਦੇ ਵਿੱਚ ਪ੍ਰਵਾਨ ਕੀਤਾ ਗਿਆ, ਗੁਰੂ ਸਾਹਿਬ ਨੇ ਵੀ ਰੈਫਰ ਕੀਤਾ ਬਾਰ-ਬਾਰ ਕਿ ਪੰਜ ਦੀ ਸਿੱਖ ਧਰਮ ਦੇ ਵਿੱਚ ਇੱਕ ਮਿਸਟੀਕਲ ਇੰਪੋਰਟੈਂਸ ਹੈ, ਸਿਗਨੀਫੀਕੈਂਸ ਹੈ, ਸੈਕਟਰੀ ਹੈ। ਇਹਦੇ ਮੈਂ ਡਿਟੇਲ ਦੇ ਵਿੱਚ ਨਹੀਂ ਜਾਂਦਾ, ਸਿਰਫ ਭਾਈ ਗੁਰਦਾਸ ਦੀ ਇੱਕ ਜਿਹੜੀ ਟੂਕ ਹੈ, ਲਾਈਨ ਹੈ, ਜਿਹੜੀ ਐਕਸਪਲੇਨ ਕਰ ਦਿੰਦੀ ਹੈ, ਇੱਕ ਸਿੱਖ ਕੋਈ ਸਾਧ ਸੰਗ ਸੰਗੀ ਪਰਮੇਸ਼ਰ ਵਾਲੀ ਗੱਲ ਹੈ ਕਿ ਪੰਜਾਂ ਦੇ ਵਿੱਚ ਇੱਕ ਰੱਬ ਮੈਨੀਫੈਸਟ ਕਰਦਾ ਹੈ, ਰੱਬ ਆਪਰੇਟ ਕਰ ਰਿਹਾ ਹੈ, ਡਿਵਾਈਨ, ਉਹਨਾਂ ਦੇ ਫੈਸਲੇ ਡਿਵਾਈਨ ਨੇ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਮਿਸਟੀਕਲ ਪਾਵਰਸ ਨੇ ਉਹਨਾਂ ਦੇ ਫੈਸਲੇ ਦੇ ਵਿੱਚ। ਔਰ ਉਸ ਤੋਂ ਇਲਾਵਾ ਜਦੋਂ ਅਸੀਂ ਇੱਕ ਹੋਰ ਸਿੱਖ ਇਤਿਹਾਸ ਦੇ ਬੈਕ ਵਿੱਚ ਜਾਂਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪੌਲ ਦੇਣ ਦਾ ਅਧਿਕਾਰ ਹੈ। ਚਰਨ ਪੌਲ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਤੋਂ ਪਹਿਲੇ ਪ੍ਰਚਲਿਤ ਸੀ, ਉਹਦੇ ਸੰਬੰਧ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਪਹਿਲੇ ਪੈਰ ਤਾਂ ਗੁਰੂ ਸਾਹਿਬ ਆਪ ਪੌਲ ਦਿਆ ਕਰਦੇ ਹਨ, ਫਿਰ ਮਸੰਦਾਂ ਤੇ ਮੰਜੀਦਾਰਾਂ ਔਰ ਮਸੰਦਾਂ ਨੂੰ ਅਧਿਕਾਰ ਦਿੱਤਾ ਗਿਆ। ਪਰ ਗੁਰੂ ਹਰਗੋਬਿੰਦ ਸਾਹਿਬ ਸਮੇਂ ਪੰਜ ਸਿੱਖਾਂ ਨੂੰ ਪੌਲ ਦੇਣ ਦਾ ਅਧਿਕਾਰ ਪ੍ਰਚਲਿਤ ਹੋ ਚੁੱਕਾ ਸੀ। ਸਾਡੇ ਪਾਸ ਇਸ ਤਰ੍ਹਾਂ ਦੇ ਰੈਫਰੈਂਸ ਹੈਗੇ ਨੇ। ਔਰ ਇਹ ਜੇਕਰ ਅਸੀਂ ਦੇਖੀਏ ਤੇ ਖਾਲਸੇ ਤੋਂ ਪੂਰਵ 1699 ਤੋਂ ਪੂਰਵ ਇੱਕ ਸਾਡੇ ਪਾਸ ਸਿੱਖ ਰਵਾਇਤ ਦੇ ਵਿੱਚ ਬਹੁਤ ਪੁਰਾਣੀ ਇੱਕ ਮਜ਼ਬੂਤ ਪ੍ਰਥਾ ਪੰਜ
पंजां दी या पंचां दी साढ़े पास मौजूद मिलती है। इतिहासक तौर पर साढ़े पास बहुत सारे हवाले ने। हुण ये पंच कौन हो सकते सन, पंच या पंच, मैं कोई सेंस के वरत रहा उन्होंने। हुण भाई गुरदास अनुसार जेकर असीं देखीए तो इत्थे सवेरे बहुत सारी डिबेट चली कि पंज व्यक्ति वो किहड़े हो सकते हैं, उन्हों की चोण किवें कीती जावे, और किस तरह उन्होंने असीं परखीए। तो मेरा ख्याल साढ़े पास इस तरह गुरबाणी के विच, सिख इतिहास के विच साडे जिहड़े अथेंटिक सोर्सिस ने, जिहड़े थैलोजी के, उहदे विच बहुत सारे इस तरह के रैफरेंसिस ने जिन्हां तो उस पंच की शख्सियत का तुसीं पहचान कर सकते हो, उहदे विच किस तरह के हो सकते। हुण मैं भाई गुरदास दी दो लाइनां इत्थे दो टूकां दो रैफरेंस तुहानूं देवांगा। सन्मुख मिल पंच आखियन, बिरद पंच परमेसर पासी, गुरमुख मिल परवान पंच, साध संगत सचखंड बिलासी। इत्थे सन्मुख ते गुरमुख की गल की गई है। पंच दे विच ओही व्यक्ति शामिल हो सकेगा जिहड़ा गुरमुख है, सन्मुख है, गुरु नूं सन्मुख है। फिर अगली गल जिहड़ी गल भाई गुरदास ने ही अगे इन्हां दी गल कीती है, पंजे तत्व उलंघिया पंज शब्द वजी वधाई, पंजे मुद्रा वस्कर पंचायन होए देश दुहाई, परमेसर है पंज मिल लेख अलेख ना कीमत पाई, पंज मिले परपंच तक अनहद शब्द सुरत लिवलाई। शब्द ना सुरत, परपंच नूं तजन की गल, पंजे तत्तां तो ट्रांससेंड करने की गल, और पंज शब्द की जी मिस्टिकल जी यूनिटी है तत्व गुरु एंड गॉड, उसकी गल भाई गुरदास साहब जी ने की है, जी कि इतने सवेरे असीं गल कर रहे सन कि इंटरनल प्योरिटी के नाल नाल जी एक्सटर्नल प्योरिटी दी गल्लां आउंदियां वो भी शामिल ने। अच्छा, गुरु साहब गुरु नानक देव जी बड़े स्पष्ट ने, पंचाकां गुर एक ध्यान जी डॉक्ट्रिनल यूनिटी भी उन्होंने होनी चाहिए है। मतलब कि इस तरह के साढ़े पास हो सकते, मतलब इस तरह के रैफरेंस साढ़े पास मौजूद ने जिन्हों तो असीं एक पंच की पहचान करने में सानू ये सारे सहाई हो सकते हैं। हुण मैं इत्थे फिर जोर दे के कह रहा कि सारे तरह के पंज व्यक्तियों का, मतलब कोई पंज व्यक्तियों का समूह पंज प्यारियां की संस्था का अधिकारी नहीं हो सकता। उहदे साडे पास इस तरह के इशारे आए हैं कि पंच कौन हो सकता है। हुण मैं अपने तौर पर जी पहचान चिन्ह लभे ने सिख स्क्रिप्चर के विचों या साडे जिहड़े हिस्टोरिकल सोर्सिस ने, अथेंटिक सोर्सिस ने, उन्हां दे विच किहड़े ने। पहली गल गुरमुख है, सन्मुख है, भावें वो सिख है, ये लोग अपनी पोजीशन अपने किरदार राही अपनी जीवन जाच के राही संगत तो अर्न करते हैं, परवान चढ़ते हैं। उन्होंने कोई इलैक्ट नहीं करता, कोई सिलैक्ट नहीं करता, ना उन्होंने कोई नॉमीनेट करता है, वो अर्न करते हैं। संगत उन्होंने परवान करती है, परवान चढ़े हुए व्यक्ति होंगे ने, उन्होंने उत्ते कोई किंतु परंतु नहीं किसी व्यक्ति का होया करता। हुण पंच किहड़ा होएगा जिस व्यक्ति ने गुरु नानक देव जी ते उसके उत्तराधिकारियों का जिहड़ा दे राही जिहड़ा प्रगट होया दैवी संदेश है, रिलीजियस एक्सपीरियंस है, उसनूं मिलर जान के, ग्रेस जान के, प्रसाद जान के अपने हिरदे च वसाया, और हिरदे तो वसाउण तो बाद उसनूं अपने जीवन का आधार बनाया, ते फिर उसने प्रपंच मुक्त होके संसार दे विच विचरिया। उस व्यक्ति नूं असीं कहांगे वो पंज प्यारिਆਂ दे विच बनदा अधिकारी, ये मनमुख या कोई इस तरह का दूसरा व्यक्ति उन्हें शामिल नहीं हो सकता। सन्मुख होण, गुरु मत, मतलब गुरु के लिए सन्मुख होण, बेमुख ना होण। कहण दा मतलब जे परसनल गुरु सी तो उस वेले गुरु नूं सन्मुख सन, जे हुण इस वेले है शब्द गुरु तो वो शब्द गुरु नूं सन्मुख होण। ते कहण दा मतलब गुरु ग्रंथ साहब का अनुसरण करने वाले वो व्यक्ति होवे या व्यक्ति होण। फिर उस तो इलावा गुरु परायण सिख होवे, मतलब वो व्यक्ति है जो गुरु परायण सिख की मैं जो गल करना है, उसकी फर्स्ट एंड फोरमोस्ट जी एलिजियंस है, जी वफादारी है, वो अपने गुरु के नाल, अपने रब के नाल है, ना कि दुनिया के किसी ताज या तख्त के नाल। जेकर उसनूं कोई इतिहास के विच, जीवन के विच
किसी वेले कोई इस तरह का मौका आता है चोन करने का कि ताज नाल वफादारी रखनी है कि अपने गुरु नाल वफादारी रखनी है, तो पंच है जिहड़ा वो पंज प्यारियां दे विच शामिल होने वाला व्यक्ति है वो गुरु के प्रति वफादार होएगा, रब प्रति वफादार होएगा, ना कि किसी ताकत दे या ताज के हुक्म दे प्रति वफादार होएगा। हुण जो मैं ये गल करना है तो उहदे नाल ये जुड़ी हुई है उस दे विच एक धार्मिक सुतंत्रता की भावना, इंडिपेंडेंस की, कि मैं किस धार्मिक तौर पर किसी के अधीन नहीं। इत्थे मैं तुहाडे सामने एक जिहड़ी स्पिरिट है उस इस खालसे की रहत तो जिहड़ी उपजी उस वल ध्यान दिवाउणा चाहुंदा। 1782 दे विच जॉर्ज फॉरेस्ट बंगाल तो इंग्लैंड में जाता हुआ अंबाले के नेड़े या इतने आनंदपुर साहब के नेड़े सरहद के नेड़े किसी एक कोट चढ़े सिख अमरतारी सिख को मिलिया। वो लिखता है कि मैं जो इतों की सफर करता सी तो मैं मेरे नाल एक कोट चढ़ा सिख खालसा सफर करता रहा। मैं उसनों पहुँचाने के लिए कई बार उसनों इनिशिएटिव लिया, उसनों खुश करने का। मैं जो कुछ सिख पसंद करते हैं वो ऑफर भी किया, पर उसने कोई चीज़ में तो ग्रहण नहीं की, हमेशा वो निमरता सहित मैनू टालता रहा। फिर वो भी कहता मैनू उन्हें अफेंड भी नहीं किया, अनॉयड भी नहीं किया। अखीर मैं जब पूछा कि तेरा मालिक कौन है तो वह आंदा एक कट के तान के कहता मेरा मालिक सच्चा पातशाह मेरा गुरु गोबिंद सिंह है। ये जी भावना है वो पंच दे विच वो पंज प्यारिਆਂ में शामिल व्यक्ति की होनी चाहिए, स्पिरिट ऑफ इंडिपेंडेंस। अगला जो मैं शामिल किया है वह है गुरु गोबिंद सिंह का जो आदर्श है, मिशन है, उस दी प्राप्ति नूं जीवन का निशाना बनाया होवे, बल्कि मंजिल होती गुरु गोबिंद सिंह की दा मिशन है जी प्राप्ति वो मंजिल वो होनी चाहिए। सारा जीवन उसका गुरु के मिशन की प्राप्ति के द्वारे केंद्रित होवे कि मैं अचीव जरूर करना है। फिर हुण इत्थे मैं तुहानूं जरा इस सब्जैक्ट तो पिछे हट के गुरु गोबिंद सिंह का मिशन की सी जरा उहदे वल ध्यान दिवाउणा चाहुंदा। दुनिया के जो धार्मिक अनुभव ने उन्हां दी तीन वनगियां मनियां गईयां ने, जिहड़ा रिलीजियस एक्सपीरियंस है उहदियां तीन वनगियां मनियां गईयां ने। पहला है असैटिसिज्म जिहड़ा संन्यास दे नाल संबंधित है। संन्यास या दुनियावी तौर पर साइकोलॉजिकली सोशोलॉजिकली दुनिया नो समाज नो फैमिली नालों रिश्ता तोड़ने की गल करता है तो अपने अंदरूनी तौर पर उच्चा उठ के रब की प्राप्ति की गल करता है। दूसरा है मिस्टिसिज्म, जिहड़ा मिस्टिसिज्म का एक सन्यासी का इन्ना ही फर्क है कि मिस्टिक है जिहड़ा जो कुछ उसको प्राप्त होया सी वो दो होरनां नूं भी वंडदा है, वो ज्ञान का लाभ अगे होरनां नूं भी दिंदा है। पर एक जिहड़ा सब तो हाईएस्ट कैटेगरी ऑफ रिलीजियस एक्सपीरियंस है वो होया करती है प्रोफेटिक एक्सपीरियंस, पैगंबरी अनुभव। ये पैगंबरी अनुभव की निशानी की होया करती है जो ये पैगंबरी अनुभव हुंदा है किसी व्यक्ति नूं तां वो एक नवे धर्म की बुनियाद होया करता है। पैगंबरी अनुभव की निशानी की है कि ये डायरैक्ट एक्सपीरियंस विद गॉड है, किसी देवी देवतों दुनियावी व्यक्ति तो प्रेरित नहीं होया करता है, सीधे तौर पर डायरैक्ट जिहड़ा कम्यूनीकेशन विद गॉड तो ये प्राप्त होया निजी तौर पर एक परसनल एक्सपीरियंस होया करता है। तो ये जे मैं गुरु गोबिंद सिंह के शब्दों के विच इसनूं कहां, मैं गुरबाणी दीयां होर उदाहरणां लावां, सीरीयस पान किरपा तुमरी कर मैं ना कहो सब तोहे बखाने। मतलब जिहड़ा पैगंबर हुंदा है उसकी जबान के राही रब अपना आप प्रगटाउंदा है, उसका माउथ पीस बन के। इस तरह का जिहड़ा पैगंबरी अनुभव होया करता है उसकी एक होर वड्डी निशानी की होया करती है बदी के विरुद्ध संघर्ष करना। बदी भावें वो समाजिक है, सोशल है, भावें वो रिलीजियस है, भावें वो पोलीटिकल है, एवरी टाइप ऑफ इवल है जिहड़ा उसकी एरेडिकेशन उसका निशाना होया करती है। और इस एरेडिकेट करने लिए वो नवीं एक न्यू स्टैंडर्ड ऑफ लाइफ, अल्टीमेट स्टैंडर्ड ऑफ लाइफ निश्चित करता है और उन्होंने प्राप्ति के लिए नवीं न्यू ऑब्लीगेशंस डिमांड करता है अपने फॉलोअर्स को। और उस तो इलावा लोगों को मौका दिंदा है कि आओ इस दैवी संघर्ष के शामिल हो तो यह बदी जी है इसको खत्म करने लिए कोई जतन करिए। ये पैगंबरी अनुभव की एक वड्डी निशानी होया करती है। हुण गुरु गोबिंद सिंह का मिशन
सारे इत्थे विद्वान जिन्हां ने गुरु गोबिंद सिंह जी दे धर्म नूं पढ़िया है, गुरु गोबिंद सिंह दे जीवन नूं पढ़िया है, वो सारे समझदे कि उन्हां दा सब तो वड्डा निशाना संत मुबारक ते धर्म चलावन दुष्ट सबन को मूल उपारण वाली गल सी। मैं इत्थे बहुत डिटेल च नहीं जांदा। हुण ये जिहड़ा निशाना है ये इस खालसे का जिन्हों मैं कहना है कि उस मिशन की प्राप्ति उस पंच ने अपना मंजिल बनाई होवे ते उहदे लई सारा काम करना है। इस बदी के विरुद्ध संघर्ष करना उस पंज प्यारियां की इंस्टीट्यूशन के शामिल हर व्यक्ति का एक फर्ज बन जाता है। हुण जो अगली गल मैं धार्मिक अनुभव की गल करदा उहदे विच दो गल्लां होया करदियां। ये धार्मिक जिहड़ा अनुभव होया करदा है ये दो तरह नाल प्रगट हुंदा है, एक व्यक्तिगत तौर पर जां जाती अमल दे विच ते एक हुंदा है समूह तौर पर जां समाजी अमल दे विच। जिहड़ा गुरुआं दा प्रोफैटिक या पैगंबरी अनुभव सी उहदे विचों व्यक्तिगत तौर पर या जाती तौर पर जिहड़ा अमल दे विचों प्रगट होया गुरमुख सन्मुख गुरसिख या बाद असीं कहिए जो गुरु गोबिंद सिंह के अनुभव नाल जोड़िए तो उहदे विचों खालसा या सिख ते जो समूह या समाजी अमल दे विचों असीं इहदे विचों कढीए इहनूं जोड़िए तां समाजी ते समूह अमल दे विच ओह सी संगत ते खालसा। ये सी समूह अमल दे रूप दे विच उसदा प्रगटाव। हुण पंज प्यारिਆਂ ਦਾ ਜਿਹੜਾ धार्मिक अनुभव है जे ਉਹਨੂੰ मैं कहां कि उन्हां विचों हर एक व्यक्ति ने मतलब वो जो गुरु गोबिंद सिंह का रिलीजियस एक्सपीरियंस है ਉਹਦੇ ਨਾਲ ਸਾਂਝ ਪਾਈ ਹੋਵੇ नज़दीकी मतलब एक्सैप्शनल टाइप ऑफ सॉलिडैरिटी जिहड़ी कॉमनैलिटी है जिहड़ी रिलीजियस एक्सपीरियंस की उन्हां दे विच होनी चाहिए है। अनुभव के बगैर उस अनुभव को समझे बगैर उस तो मोटिवेट होए बगैर उस तो इंस्पायर होए बगैर वो गुरु गोबिंद सिंह के राह का पांधी नहीं बन सकता, उसके मंजिल से नहीं पहुंच सकता। हुण इसलिए दुनिया दीयां होरनां जिहड़ियां धार्मिक संस्थावां की तरह ये जिहड़ी पंज प्यारिਆਂ की साडी इंस्टीट्यूशन है ये भी रब्बी अनुभव है, जिहड़ा डिवाइन एक्सपीरियंस है गुरु साहबान का। उसका एक तो समाजीकरण है, सोशलाइजेशन है, सोशोलॉजिकल एक्सप्रैशन है और इस दे नाल डिवाइन नॉलेज के उत्ते बेस्ड होने करके आधारित होने करके उसे दे उत्ते केंद्रित होने करके इन्हां लोकां ने गुरु गोबिंद सिंह के मिशन की प्राप्ति के लिए हमेशा जतनशील रहना है, क्रियाशील रहना है और एक इस तरह की होली इंस्टीट्यूशन है, डिवाइन इंस्टीट्यूशन है जिन्हें लगातार जे मैं इत्थे नूं क्रिश्चियन एक्सपीरियंस के नाल जोड़ा क्रिश्चियन एक्सपीरियंस के विच रब के 3 रूप मन्ने गए हैं, गॉड द फादर, गॉड द सन ते गॉड द होली स्पिरिट। हुण एक रब तिन्ना ढंगां नाल जो क्रिश्चियनिटी विच ऑपरेट करदा है वो इहदा मतलब उत्थे खत्म नहीं होया, वो अगों ऑपरेट कर रहा है चर्च के राही। इसे तरह सिख धर्म के जिहड़ा गुरु गोबिंद सिंह का जां सिख गुरु साहिबान का जिहड़ा एक्सपीरियंस है वो अगे पंज प्यारिਆਂ की इंस्टीट्यूशन के राही अगे ऑपरेट कर रहा है, वो खत्म नहीं हो रहा, अगे लगातार उसका प्रवाह चलता पाया। हुण अगली गल जिहड़ी मैं सिद्धांतक तौर पर गल करन लग्या कि गुरु नानक जो असीं कहने कि गुरु नानक जोत का प्रगटावा 10 जामिਆਂ ਦੇ ਵਿੱਚ होया ते गुरु नानक जोत का प्रकाश है जिहड़ा वो एक हिस्टोरिकल रोल है जिहड़ा 10 गुरुआं दे 9 गुरुओं उत्तराधिकारियों के राही साडे सामने आया। संगत गुरु है 5 एक सिख 2 साध संग पंजी परमेश्वर वाली गल ये एस्टैबलिश भाई गुरदास के समय तो इलावा साडे गुरबाणी के बड़े सारे हवाले मिल जाते हैं जिथे संगत नूं गुरु का दर्जा रब का दर्जा प्राप्त है। ते आम साडी धारणा दे विच संगत 21 विसवे ते गुरु 20 विसवे वाली धारणा पर चल है। हुण इस करके गुरु का सतगुरु का जिहड़ा हिस्टोरिकल रोल है, जिहड़ा इतिहासगत कारज है, रोल इन हिस्टरी है, उसका काम इस पंज प्यारिਆਂ की इंस्टीट्यूशन के राही इस दे राही होना है। उसका प्रचार भी, उसका प्रसार भी, उसका संचार भी गुरु नानक जोत का आई मीन टू से मतलब शब्द के ज्ञान का प्रकाश गुरु नानक जोत दे शब्द के ज्ञान का प्रकाश इस माध्यम के राही होना है।
ਹੁਣ ਪੰਜ ਪਿਆਰਿਆਂ ਦੀ ਜਿਹੜੀ ਇੰਸਟੀਟਿਊਸ਼ਨ ਹੈ, ਜਿਹੜੀ ਕਿ ਇੱਥੇ ਸਵੇਰੇ ਗੱਲ ਚੱਲਦੀ ਪਈ ਸੀ ਕਿ ਇਹ ਇੱਕ ਇਸ ਤਰ੍ਹਾਂ ਦੀ ਇੰਸਟੀਟਿਊਸ਼ਨ ਹੈ, ਸਿੱਖ ਡਾਇਸਪੋਰਾ ਵੀ ਸ਼ਾਇਦ ਇਹਦੇ ਵਿੱਚ ਇਹਦੀ ਕੋਈ ਇਨਵੋਲਵਮੈਂਟ ਹੋਣੀ ਚਾਹੀਦੀ ਹੈ। ਜੇਕਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਸਾਜੇ ਗਏ ਪੰਜ ਪਿਆਰਿਆਂ ਵੱਲ ਧਿਆਨ ਮਾਰੀਏ ਤਾਂ ਉਹਦੇ ਵਿੱਚ ਜਾਤੀ, ਕਬਾਇਲੀ ਤੇ ਭੂਗੋਲਕ ਹੱਦ ਬੰਨੇ ਨੇ ਜਿਹੜੇ ਉਹ ਕੋਈ ਨਿਸ਼ਚਿਤ ਨਹੀਂ ਹੋਏ। ਉਹਨਾਂ ਦਾ ਜੇ ਅਸੀਂ ਦੇਖੀਏ ਉਹ ਵੱਖੋ ਵੱਖਰੀਆਂ ਜਾਤਾਂ ਤੋਂ ਆਏ ਸਨ, ਵੱਖੋ ਵੱਖਰੇ ਖੇਤਰਾਂ ਤੋਂ ਆਏ ਸਨ। ਇਸ ਇੰਸਟੀਟਿਊਸ਼ਨ ਨੂੰ ਅਸੀਂ ਇਹਨਾਂ ਹੱਦ ਬੰਨਿਆਂ ਦੇ ਵਿੱਚ ਨਹੀਂ ਬਣ ਸਕਦੇ। ਔਰ ਉਸ ਤੋਂ ਇਲਾਵਾ ਇਹ ਇੰਸਟੀਟਿਊਸ਼ਨ ਨਾ ਹੀ ਹੈਰੈਡਰੀ ਹੈ ਵੀ ਇੱਕ ਪੰਜ ਕੋਈ ਪਿਆਰਾ ਸੀ ਤੇ ਉਹਦਾ ਅੱਗੋਂ ਕੋਈ ਦੁਨਿਆਵੀ ਵਾਰਸ ਕੋਈ ਪੰਜ ਪਿਆਰਿਆਂ ਨੂੰ ਸ਼ਾਮਲ ਹੋਣ ਦਾ ਅਧਿਕਾਰ ਰੱਖ ਲਿਆ। ਨਾ ਹੀ ਇਹ ਪ੍ਰੋਫੈਸ਼ਨਲ ਹੈ, ਕੋਈ ਇੱਕ ਧੰਦੇ ਦੇ ਤੌਰ ਤੇ ਸਿੱਖਾਂ ਨੇ ਕਦੇ ਇਹਨੂੰ ਪ੍ਰਵਾਨ ਨਹੀਂ ਕੀਤਾ। ਹੁਣ ਇੱਕ ਇਸ ਤਰ੍ਹਾਂ ਦੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਇਹ ਇੰਸਟੀਟਿਊਸ਼ਨ ਐਸਟੈਬਲਿਸ਼ ਕੀਤੀ ਹੈ, ਇਹਦੇ ਵਿੱਚੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਨਿਕਲ ਸਕਦੀਆਂ। ਮੈਨੂੰ ਜੋ ਦਿਸਦਾ ਪਿਆ ਇਹਦੇ ਵਿੱਚ ਇੰਟਰ ਕਮਿਊਨਲ ਤੇ ਇੰਟਰ ਰੀਜਨਲ ਜਿਹੜੀ ਯੂਨਿਟੀ ਹੈ ਸਿੱਖੀਜ਼ਮ ਦੀ, ਉਹ ਜ਼ਰੂਰ ਐਸਟੈਬਲਿਸ਼ ਹੋਈ ਹੈ। ਇਹ ਪੰਜ ਪਿਆਰਿਆਂ ਦੀ ਇੰਸਟੀਟਿਊਸ਼ਨ ਨੇ ਇਹਨਾਂ ਸਿਧਾਂਤਾਂ ਨੂੰ ਸਿੱਖ ਧਰਮ ਨੇ ਕਿਸ ਤਰ੍ਹਾਂ ਆਪਰੇਟ ਕਰਨਾ ਹੈ, ਉਹ ਇੱਕ ਤਰ੍ਹਾਂ ਨਾਲ ਪਥ ਪ੍ਰਦਰਸ਼ਕ ਸਾਬਤ ਹੋਈ ਹੈ ਕਿ ਇਸ ਇੰਸਟੀਟਿਊਸ਼ਨ ਨੂੰ ਤੁਸੀਂ ਇਹਨਾਂ ਹੱਦ ਬੰਨਿਆਂ ਦੇ ਵਿੱਚ ਕਨਫਾਈਨ ਨਹੀਂ ਕਰ ਸਕਦੇ। ਅਗਲੀ ਗੱਲ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਚੱਲਿਆ ਉਹ ਹੈ ਰਿਲੀਜੀਅਸ ਅਥਾਰਟੀ ਦੇ ਤੌਰ ਤੇ। ਕਿਸੇ ਵੀ ਧਰਮ ਨੂੰ ਦਾ ਸੰਚਾਲਨ ਕਰਨ ਦੇ ਲਈ ਕੋਈ ਅਥਾਰਟੀ ਹੋਣੀ ਚਾਹੀਦੀ ਹੈ। ਇੱਥੇ ਸਵੇਰੇ ਵੈਸੇ ਦੇਵ ਸਿੰਘ ਹੋਰਾਂ ਨੇ ਬੜਾ ਸਪਸ਼ਟ ਕੀਤਾ ਕਿ ਕੋਈ ਸੈਂਟਰਲ ਅਥਾਰਟੀ ਹੋਣੀ ਚਾਹੀਦੀ ਹੈ। ਮਤਲਬ ਸਿੱਖ ਧਰਮ ਨੇ ਸ਼ਖਸੀ ਜਾਂ ਵਿਅਕਤੀਵਾਦ ਹੈ ਜਿਹੜਾ ਦੇ ਸਿਧਾਂਤ ਨੂੰ ਕਦੇ ਪ੍ਰਵਾਨ ਨਹੀਂ ਕੀਤਾ। ਭਾਵੇਂ ਕੋਈ ਸੰਤ ਮਹਾਤਮਾ ਕਿੰਨਾ ਵੀ ਅਧਿਆਤਮਿਕ ਤੌਰ ਤੇ ਕਰਨੀ ਵਾਲਾ ਕਿਉਂ ਨਾ ਹੋ ਗਿਆ ਹੋਵੇ, ਉਹ ਆਪਣੇ ਨਾਂ ਦੇ ਥੱਲੇ ਮਤਲਬ ਇੰਨਾ ਕੋਈ ਵੱਡਾ ਫਿਰਕਾ ਚਲਾਉਣ ਦੇ ਵਿੱਚ ਸਫਲ ਨਹੀਂ ਹੋਇਆ, ਮਤਲਬ ਇੱਕ ਪੂਰੇ ਪੰਥ ਤੋਂ ਉਹ ਪ੍ਰਵਾਨਗੀ ਹਾਸਲ ਨਹੀਂ ਕਰ ਸਕਿਆ। ਇਹ ਪੰਜ ਪਿਆਰਿਆਂ ਦੀ ਇੰਸਟੀਟਿਊਸ਼ਨ ਦਾ ਕਮਾਲ ਹੈ, ਜਾਂ ਤੁਸੀਂ ਕਹਿ ਸਕਦੇ ਕੰਟਰੀਬਿਊਸ਼ਨ ਹੈ ਕਿ ਇਸ ਸਾਡੇ ਪਾਸ ਇਸ ਇੰਸਟੀਟਿਊਸ਼ਨ ਦੀ ਮੌਜੂਦਗੀ ਦੇ ਵਿੱਚ ਸਿੱਖ ਪੰਥ ਨੂੰ ਇੱਕ ਵੱਖੋ ਵੱਖਰੀਆਂ ਸਮਾਜਿਕ ਇਕਾਈਆਂ ਜਿਹੜੀਆਂ ਡਿਫਰੈਂਟ ਯੂਨਿਟਸ ਨੇ, ਇਹ ਤਿਆਗੀਆਂ ਦਾ, ਇਹ ਸੰਨਿਆਸੀਆਂ ਦਾ, ਆਹ ਗ੍ਰਸਤੀਆਂ ਦਾ ਜਿਹੜਾ ਯੂਨਿਟ ਹੈ ਇਹਦੇ ਵਿੱਚ ਨਹੀਂ ਵੰਡਿਆ ਜਾ ਸਕਿਆ। ਨਾ ਇਹਨੂੰ ਨਾਥਾਵਾਂ ਜਾਂ ਜੋਗੀਆਂ ਵੱਖਰੋ ਵੱਖਰੇ ਟੋਲਿਆਂ ਦੇ ਵਿੱਚ ਵੰਡਿਆ ਜਾ ਸਕਿਆ। ਇਹ ਪੰਜ ਪਿਆਰਿਆਂ ਦੀ ਇੰਸਟੀਟਿਊਸ਼ਨ ਦੀ ਮੌਜੂਦਗੀ ਕਰਕੇ ਉਹ ਸੰਭਵ ਹੋ ਸਕਿਆ। ਉਹ ਇਸ ਕਰਕੇ ਸ਼ਖਸੀ ਪੂਜਾ ਦੇ ਉੱਤੇ ਇੱਕ ਸਭ ਤੋਂ ਵੱਡੀ ਰੋਕ ਲਾਉਣ ਵਾਲੀ ਜਿਹੜੀ ਸਾਡੇ ਪਾਸ ਇਹ ਇੰਸਟੀਟਿਊਸ਼ਨ ਸੀ। ਪੰਜ ਪਿਆਰੇ ਮਤਲਬ ਜਿਹੜੇ ਹੈਗੇ ਨੇ ਇਹ ਇੱਕੋ ਸਮੇਂ ਜੇ ਅਸੀਂ ਦੇਖੀਏ, ਇੱਕ ਪਾਸੇ ਤਾਂ ਇਹ ਸੰਗਤ ਦੇ ਨੁਮਾਇੰਦੇ ਨੇ ਤੇ ਦੂਜੇ ਪਾਸੇ ਇੱਕੋ ਸਮੇਂ ਐਟ ਏ ਟਾਈਮ ਸਾਈਮਲਟੇਨੀਅਸਲੀ ਇਹ ਉਹੀ ਵਿਅਕਤੀ ਗੁਰੂ ਦੇ ਨੁਮਾਇੰਦੇ ਨੇ, ਗੌਡ ਦੇ ਵੀ ਨੁਮਾਇੰਦੇ ਨੇ। ਇੱਕ ਕਿਸਮ ਦੀ ਯੂਨੀਕ ਕਿਸਮ ਦੀ ਵਿਲੱਖਣ ਕਿਸਮ ਦੀ ਸਾਡੇ ਪਾਸ ਇੱਕ ਇੰਸਟੀਟਿਊਸ਼ਨ ਹੈ ਜਿਸ ਨੂੰ ਇਸ ਤਰ੍ਹਾਂ ਦਾ ਕਿਸੇ ਵਿਅਕਤੀ ਨੂੰ ਇਹ ਨਹੀਂ ਦਰਜਾ ਪ੍ਰਾਪਤ ਹੋਏਗਾ ਕਿ ਉਹ ਨੁਮਾਇੰਦਾ ਇੱਕੋ ਵੇਲੇ ਇੱਕ ਨੁਮਾਇੰਦਾ ਸੰਗਤ ਦਾ ਵੀ ਹੋਵੇ ਤੇ ਰੱਬ ਦਾ ਵੀ ਹੋਵੇ। ਇਹ ਪੰਜ ਪਿਆਰਿਆਂ ਦੀ ਇੰਸਟੀਟਿਊਸ਼ਨ ਨੂੰ ਇਹ ਦਰਜਾ ਪ੍ਰਾਪਤ ਹੈ। ਅੱਛਾ, ਹੁਣ ਇਹਦੇ ਵਿੱਚੋਂ ਜੇ ਅਸੀਂ ਦੇਖਿਆ ਜਾਵੇ ਮੋਨੋਪੋਲੀ ਹੈ ਜਿਹੜੀ ਰਿਲੀਜੀਅਸ ਤੇ ਸੋਸ਼ਲ ਤੇ ਪ੍ਰੋਫੈਸ਼ਨਲ, ਜੇ ਅਸੀਂ ਦੇਖਿਆ ਜਾਵੇ ਹਿੰਦੁਸਤਾਨ ਦੇ ਸਮਾਜ ਨੂੰ ਉਸ ਵੇਲੇ ਨੂੰ ਵੰਡਿਆ ਹੋਇਆ ਸੀ, ਕਾਸਟ ਸਿਸਟਮ ਤੇ ਬੇਸਡ ਪ੍ਰੋਫੈਸ਼ਨ ਸਨ ਤੇ ਗੁਰੂ ਸਾਹਿਬ ਨੇ ਜੋ ਰਹਿਤ ਦ੍ਰਿੜ ਕਰਵਾਈ ਉਹਦੇ ਵਿੱਚੋਂ ਇਸ ਤਰ੍ਹਾਂ ਦੀ ਮੋਨੋਪੋਲੀ ਸੀ ਕਿ ਦੇਸ਼ ਦੀ ਦੇ ਉੱਤੇ ਜੇਕਰ ਹਮਲਾ ਹੋ ਜਾਵੇ ਤਾਂ ਸਿਰਫ ਉਸ ਨੂੰ ਡਿਫੈਂਡ ਕਰਨ ਦਾ ਅਧਿਕਾਰ ਸਿਰਫ ਕਸ਼ਤਰੀਆਂ ਨੂੰ ਹੈ। ਪਰ ਪੰਜ ਪਿਆਰਿਆਂ ਦੀ ਇੰਸਟੀਟਿਊਸ਼ਨ ਦੇ ਰਾਹੀਂ, ਰਹਿਤ ਦੇ ਰਾਹੀਂ ਜੋ ਗੁਰੂ ਗੋਬਿੰਦ ਸਿੰਘ ਨੇ ਐਸਟੈਬਲਿਸ਼ ਕੀਤਾ ਕਿ ਐਵਰੀ ਸਿਟੀਜ਼ਨ, ਭਾਵੇਂ ਉਹ ਕਿੰਨੀ ਵੀ ਛੋਟੀ ਜਾਤ ਦਾ ਕਿਉਂ ਨਾ ਹੋਵੇ, ਉਹ ਹਰ ਇੱਕ ਸਿਟੀਜ਼ਨ ਦੇਸ਼ ਨੂੰ ਦੀ ਰੱਖਿਆ ਕਰਨ ਦੇ ਲਈ ਉਨਾ ਹੀ ਜ਼ਿੰਮੇਵਾਰ ਹੈ ਜਿੰਨਾ ਕਿ ਕਸ਼ਤਰੀ। ਇਸ ਇੰਸਟੀਟਿਊਸ਼ਨ ਨੇ ਇੱਕ ਡਿਫੈਂਸ ਦਾ ਇੱਕ ਨਵਾਂ ਮਤਲਬ ਜਿਹੜਾ ਰਾਈਟ ਟੂ ਡਿਫੈਂਡ ਹੈ, ਜਿਹੜਾ ਮਤਲਬ ਦੇਸ਼ ਨੂੰ ਡਿਫੈਂਡ ਕਰਨਾ, ਆਪਣੇ ਆਪ ਨੂੰ ਡਿਫੈਂਡ ਕਰਨਾ, ਆਪਣੇ ਪੰਥ ਨੂੰ ਡਿਫੈਂਡ ਕਰਨ ਦਾ ਇੱਕ ਜਿਹੜਾ ਅਧਿਕਾਰ ਇੱਕ ਐਸਟੈਬਲਿਸ਼ ਕੀਤਾ, ਰਾਈਟ ਟੂ ਡਿਫੈਂਡ ਦਾ। ਔਰ ਜਿਹੜੀ ਮੋਨੋਪੋਲੀ ਸੀ ਕਿਸੇ ਧੰਦੇ ਦੇ ਉੱਤੇ, ਸਿਪਾਹੀਆਂ ਨਾਲ ਧੰਦੇ ਤੇ ਜਿਵੇਂ ਕਹਿਣਾ ਕਸ਼ਤਰੀਆਂ ਦੀ, ਤੇ ਉਸ ਨੂੰ ਇਸ ਨੇ ਖਤਮ ਕੀਤਾ ਤੇ ਸਮਾਜ ਦੇ ਹਰ ਵਰਗ ਨੂੰ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਮਾਮਲਿਆਂ ਦੇ ਵਿੱਚ ਜਿਹੜੇ ਸਮਾਜ ਦੇ ਮਾਮਲੇ ਨੇ ਉਹਨਾਂ ਦੇ ਵਿੱਚ ਯੋਗਦਾਨ ਵੀ ਪਾਉਣਾ ਹੈ, ਰੁਚੀ ਵੀ ਲੈਣੀ ਹੈ, ਉਸ ਦਾ ਉਹਨਾਂ ਨੂੰ ਨਾ ਸਿਰਫ ਅਹਿਸਾਸ ਹੀ ਕਰਵਾਇਆ ਬਰਾਬਰੀ ਦਾ, ਬਲਕਿ ਉਹਨਾਂ ਦੀ ਇਨਵੋਲਵਮੈਂਟ ਵੀ ਇਹਦੇ ਵਿੱਚ ਸ਼ਾਮਲ ਕੀਤੀ ਹੈ।
इस इंस्टीट्यूशन ने मैं महसूस करदा कि एक इस तरह की इंस्टीट्यूशन है जिहड़ी सिख धर्म की एक हाईएस्ट लॉ मेकिंग बॉडी है, विधानकार मंडल जिसनूं असीं दर्जा दे सकते हैं। सिख पंथ के जीवन के नाल जिहड़े कौमी मसले ने जिहड़े साडे सारे पंथ नूं प्रभावित करने वाले ने, लोकल लैवल पर जो कोई मसला प्रभावित करता होवे तां कोई 5 सिख जिहड़े गुरमुख ने उन्हां नूं चुन के वो लोकल लैवल पर मसला सुलझाए जा सकते हैं। तो जिहड़े कौमी मसले ने जिन्हां बारे साडे पास कोई आदेश नहीं, रहत बारे है, भावें वो सोशल साडी रिस्पोंसिबिलिटी बारे है या पोलीटिकल साडे बिहेवियर बारे है, कोई इस तरह का साडे पास कोई स्पष्ट आदेश नहीं, तब फिर वो साडी ये बॉडी एक इस तरह का रोल अडॉप्ट कर सकती है। साडे पास पथ प्रदर्शक के तौर पर एक निश्चित कर सकती है, साडे वास्ते निशाना दस सकती है, राह दस सकती है, नवा मतलब कोई इस तरह का सानू आदेश देके। ये जिहड़ा रोल है एक किस्म नाल एक अपनी किस्म दे विच यूनीक है। हिंदू सिस्टम के जे तुसीं ध्यान मारो उत्थे की है, हिंदू पुजारी श्रेणी ही एक कानून करने वाली सी, वही न्याय करने वाली सी, वही उसकी व्याख्या करने वाली सी। ते इत्थे जिहड़े दूजे पासे असीं देखीए मुसलमान श्रेणी दे विच, मुस्लिम वर्ग दे विच, उहदे विच जरा हट के मैं गल कर रहा कि मुस्लिम कानून साजी दे विच 3 चीज़ां इंपॉर्टेंट ने कि जेकर कानून करना है वो 3 चीज़ां, नंबर 1 कुरान, नंबर 2 हदीस के, नंबर 3 है क्यास। कि जेकर तुहानू कुरान तो कोई अगवाई मिलती है कानून करने में लै लेनी चाहिए है। नंबर 2 पैगंबर मुहम्मद की जी कस्टम है, सुनना है, वो बचन ने, वो किरदार है, बोल ने जोड़े हदीस के तौर पर जाने जाते हैं। जेकर वो कोई अगवाई हासिल है तो उसको अगवाई ले लेनी चाहिए है। तो तीजी है क्यास। ये 3 मुढ़ले असूल ने मुस्लिम कानून साजी के कि जेकर एनालॉजी, क्यास का मतलब है एनालॉजी, सिमिलर किस्म का केस हदीस के विच कुरान के विच रैफर होया है तो उस आधार पर उसकी रोशनी के तुसीं उस मसले को सुलझा सकते हो। एक चौथा जो उन्होंने असूल बाद अडॉप्ट किया वो सी इज़्मा का, उम्मत का, उम्मा का, कि जदों इन्हां तिन्हां दे विचों कोई साडा मसला नहीं सुलझाया जाता तो उस वेले ये पूरे का पूरा सिख पंथ सॉरी मुस्लिम समाज इकट्ठा होकर जमा होकर, इज़्मा का मतलब जमा हो जाना, तो एक इस तरह का कंसेंसस इवॉल्व कर सकता है जो अगे कानून का दर्जा रखेगी। हुण इसे ही तरह सिख धर्म के विच जेकर कोई सानू कोई स्पष्ट तौर पर गुरु ग्रंथ साहब के विचों अगवाई प्राप्त नहीं या साडे पास कोई साडियां रवायतों के अनुसार सानू अगवाई नहीं मिल रही तो उस वेले एक 5 प्यारिਆਂ की इंस्टीट्यूशन ये सरबत खालसे की इंस्टीट्यूशन के राही ऑपरेट करके एक नवा एक आदेश, नवा कानून, नवा विधान भावें समाज के नाल संबंधित है, समाजी मसलियां नाल, भावें राजनीतिक मसलियां नाल उसनूं लागू कर सकती है। एक किस्म नाल जेकर असीं देखिए सरबत खालसे की जिहड़ी इंस्टीट्यूशन सिखां दे विच चली, उहदा प्रधान बेशक वो जथेदार सारियां मिसलां दे हुंदे सन, बेशक दूसरियां दे हुंदे सन, तां उस दे डिसाइड करने के लिए गुरमते नूं फाइनल शेप देने के लिए प्रवानगी लैन हासिल करने के लिए उहदे उत्ते प्रधानगी मंडल के तौर पर 5 प्यारिਆਂ की इंस्टीट्यूशन होया करती सी। उस तो बाद ही वो जिहड़ा गुरमता है पास किया जाता सी एक कंसेंसस के तौर पर। मैं उस अगे नहीं जाता, इसमें बहुत ही व्याख्या सरबत खालसा कदों सद्या जाता जी, कदों नहीं सद्या। अच्छा, उस तो अगली गल जी मैं गल करना है खालसा रहत जी, इस जो गुरु गोबिंद सिंह जी ने 1699 की विसाखी कृपा जारी रखो। 1699 की विसाखी को 5 प्यारिਆਂ की चोण हुई और 5 प्यारिਆਂ की चोण तो बाद खालसा पंथ की स्थापना हुई समझते हैं। और उस तो इलावा खालसे की एक डिस्ट्रिक्ट कोड ऑफ कंडक्ट है साढ़े सामने पेश होया गुरु गोबिंद सिंह जी महाराज ने जो दिता। इसलिए 5 प्यारिਆਂ का जो इस वे रोल है, जो डिस्ट्रिक्ट कोड ऑफ कंडक्ट है, जो खालसा रहत जो 1699 की विसाखी को दी गई थी, ਉਹਦੇ ਇਹ 5 प्यारिਆਂ की इंस्टीट्यूशन चीफ कस्टोडियन है। चीफ कस्टोडियन ही नहीं
बल्कि मैं तो कहूँगा टॉर्च बैरर है। मतलब उस रहत नूं अगे प्रचार करना, उसकी आइडेंटिटी को कायम रखना, ये पंज प्यारिਆਂ की इंस्टीट्यूशन का एक असं एक्सपैक्ट करते हैं कि जो सवेरे के सिंह जी कह रहे सन कि सातों की एक तवक्को की रखते हैं पंज प्यारिਆਂ तो। इसलिए 1699 की विसाखी नूं जो पंज प्यारिਆਂ ने उस वेले गुरु गोबिंद सिंह जी महाराज को वचन दिता सी जो उस रहत रखने का ਜਾਂ जो उस मिशन से चलन का, इस पंज प्यारिਆਂ की इस वेले भी साड़ी जी इंस्टीट्यूशन है हुण भी रिस्पोंसिबल है, उसकी जामन है, उसनूं अगे इसने जारी रखना है। हुण मैं अपने अखीर दे विच उस नतीजे ते पहुंच गया कि ये पंज प्यारिਆਂ की साड़ी जी इंस्टीट्यूशन है सिद्धांतक तौर पर इसका गुरु नानक के धर्म के नाल जिहड़ा कि आम तौर पर लोग समझ लिया करते हैं कि गुरु गोबिंद सिंह का धर्म ते गुरु नानक देव जी का धर्म जी कि डिस्टिंक्ट खालसा का स्टैबलिश किया गया गुरु गोबिंद सिंह जी महाराज ने। सिखिज्म होर है, सिंहिज्म कुछ होर है। गुरु नानक का धर्म प्यार मुहब्बत वाला है, दूजे पासे शस्त्रधारी खालसा है, पर ये कोई किस्म की वखरेवा नहीं। दोनों का निशाना बदी के विरुद्ध संघर्ष है, उसनूं खत्म करना। और ये एक गल जी होर आम तौर पर जिहड़े कि साडे कुछ मॉडर्न राइटर्स दियां राइटिंग के जी आम तौर पर लोग पढ़ लेंगे तो गाँव अगे उसको कोट भी कर लेंगे कि यह इतिहासक मजबूरी के सिखा ने गुरु पंथ को गुरु का दर्जा दिता है। मतलब एक गुरु गोबिंद सिंह जी महाराज तो बाद उन्होंने क्योंकि दुनियावी कोई उत्तराधिकारी नहीं सी, कोई लीडरशिप की एक इस तरह वैक्यूम क्रिएट हो गया सी कि सिखा ने एक इस तरह का गुरु पंथ को गुरु का दर्जा दे के उस लीडरशिप के वैक्यूम को फिलअप कर लिया। पर जो असीं सिखां के इतिहास के उत्ते पिछों गुरु नानक देव जी तो लैके चाट मारांगे तो सानू वो पंच प्रधानी खालसे की पंचां की प्रवानगी का जो सिद्धांत है वो ऑपरेट करता नजर आएगा। इन्ना कुछ कहता होया मैं आप जी तो जिन्हों का जाचक हाँ, वध घट जी कुछ बोलिया गया हो तो माफ करना। वाहिगुरू जी का खालसा, वाहिगुरू जी की फतेह। सत्कारयोग सिंह साहब योगी जी, तुसीं साडे भी थोड़ा जिहा पछड़ के आए हो। साहब बलवंत सिंह ढिल्लों ने पर्चा पेश किया सिद्धांतक और इतिहासक प्रसंग पंज प्यारे। ये कॉन्सैप्ट जिस तरह आप सवेर तो गल कर रहे हैं ये कॉन्सैप्चुअल लैवल पर इन्होंने लिया, ये बारे बहस प्रश्न टिप्पणियां जे कोई करना चाहे तो उसमें खोले। हाँ धन्यवाद साहब। मैं कंग्रेचुलेट करना चाहूँगा डॉक्टर साहब बलवंत सिंह ढिल्लों कि उन्होंने जो पंज प्यारा आइडियल पंज प्यारा जो हो सकता है वो भी जो डिस्क्रिप्शन दी है मैं 100% उन्होंने एग्रीमेंट है और बड़ा अच्छा जी गल मैं सवेरे भी उठाई थी जी उन्होंने फिर भी कही है वो है कि प्रवान जरा है सन्मुख आइडेंटिफाई किया हो ये गल से जरा रोशनी जे पा सकन। दूजा सवाल ये है थोड़ा जाओ एज ए हिस्टोरियन मैं थोड़ी तो उन्होंने ऑथेंटिक सोर्सेज ऑफ सिख हिस्ट्री कहे ने ऑथेंटिक किहड़े ने ते नॉन ऑथेंटिक किहड़े ने थोड़ी जी व्याख्या कर दें तो बड़ा हुआ। थैंक यू। मैं दूजे नंबर का प्रश्न और जो जवाब पहला देने लगे। थैंक यू वेरी मच। ऑथेंटिक सोर्सेज जो मैं गल करदा साडी सिख थियोलॉजी ने तो मैं ये गुरु ग्रंथ साहब जी की जी बाणी है उसको शामिल करना और उस तो इलावा गुरु ग्रंथ साहब की कुंजी सब्जे की भाई गुरदास दी वारां समझदा। मैं जिन्नी फार्मूलेशनस मेरिया मैं जी इस पर्चे के पेश की मैं वो शक्की जरा कोई भी मतलब जरा भी जिस हिस्टोरिकल सोर्स है जरा कोई मतलब साडा सोर्स भावें थियोलॉजी का है भावें हिस्ट्री का भावें लिटरेचर है उसको शामिल नहीं किया। नंबर 1 हाउ टू आइडेंटिफाई मतलब ये हुण साडे पास ये एक इस तरह का
ਪੰਜ ਪਿਆਰਿਆਂ ਦੀ ਜਿਹੜੀ ਇੰਸਟੀਟਿਊਸ਼ਨ ਹੈ ਇਹਨੂੰ ਅਸੀਂ ਜਿਹੜਾ ਕਹਿੰਦੇ ਆ ਕਿ ਮੈਂ ਮਹਿਸੂਸ ਕਰਦਾ ਨਾ ਤਾਂ ਇਹ ਇਲੈਕਸ਼ਨ ਹੈ ਜਿਹੜਾ ਕਿ ਆਮ ਤੌਰ ਤੇ ਜਿਸ ਤਰ੍ਹਾਂ ਦਾ ਡੈਮੋਕ੍ਰੈਟਿਕ ਸਿਸਟਮ ਹੈ ਉਹਦੇ ਵਿੱਚ ਇਹ ਇਲੈਕਸ਼ਨ ਦੇ ਰਾਹੀਂ ਆਉਂਦਾ, ਨਾ ਇਹਨੂੰ ਕੋਈ ਇਸ ਤਰ੍ਹਾਂ ਸਿਲੈਕਟ ਕੀਤਾ ਜਾਂਦਾ ਲੋਕ ਗਿਆ ਸਿਲੈਕਟ ਕਰ ਲਓ ਭਾਵੇਂ ਕਿ ਚੋਣ ਮਤਲਬ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਨਾ ਹੀ ਕੋਈ ਅੱਗੇ ਨਾਮਜ਼ਦਗੀ ਵਾਲਾ ਹੈ। ਪਰ ਇੱਕ ਕਿਸਮ ਨਾਲ ਇਹ ਆਪਣੇ ਆਪ ਦੇ ਵਿੱਚ ਮੈਂ ਮਹਿਸੂਸ ਕਰਦਾ ਹਾਂ ਕਿ ਇੱਕ ਸਿੱਖ ਨੇ ਜਿਹਨਾਂ ਨੇ ਉਹ ਪੰਜ ਦੇ ਵਿੱਚ ਸ਼ਾਮਲ ਹੋਣਾ ਹੈ, ਮਤਲਬ ਮੈਂ ਇਹ ਮੌਜੂਦਾ ਸਿਸਟਮ ਵੱਲ ਨਹੀਂ ਜਾ ਰਿਹਾ, ਪਰ ਇੱਕ ਡਾਕਟਰੀਨਲ ਜਿਹੜੀ ਪੋਜੀਸ਼ਨ ਹੈ ਉਹਦੇ ਵਿੱਚ ਜਿਹੜਾ ਪ੍ਰਵਾਨ ਚੜਿਆ ਸੰਗਤ ਦੇ ਵਿੱਚ, ਪੰਜ ਪ੍ਰਵਾਨ ਹੈ, ਮਤਲਬ ਸੰਗਤ ਦੇ ਵਿੱਚ ਜਿਹੜਾ ਪ੍ਰਵਾਨ ਸੰਗਤ ਨੇ ਜਿਹਨੂੰ ਕਬੂਲ ਕੀਤਾ ਹੋਇਆ ਤੇ ਮੇਰਾ ਖਿਆਲ ਹੈ ਜਿਹੜਾ ਕੋਈ ਇਸ ਤਰ੍ਹਾਂ ਦਾ ਵਿਅਕਤੀ ਦੂਸਰੀ ਕਿਸਮ ਦਾ ਮਨਮੁਖ ਕਿਸਮ ਦਾ ਜਿਹੜਾ ਬੇਮੁਖ ਹੈ ਉਸ ਨੂੰ ਇਸ ਦੇ ਵਿੱਚ ਉਸ ਨਹੀਂ ਸ਼ਾਮਿਲ ਕੀਤਾ ਗਿਆ। ਬੀਬੀ ਨੂੰ ਮਾਈਕ ਦੇ ਆ ਜਾਓ ਪੰਜ ਪਿਆਰਿਆਂ ਦੇ ਸੰਕਲਪ ਦੀ, ਉਹਨਾਂ ਦੀ ਥਾਪਨਾ ਦੀ, ਉਹਨਾਂ ਦੀ ਹੋਂਦ ਦੀ ਇਹਦੇ ਤੇ ਡੈਫੀਨੇਸ਼ਨ ਲਈ ਜਾ ਰਹੀ ਹੈ ਕਿ ਪੰਜ ਪਿਆਰਾ ਕਿਹੜਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੂਰੇ ਸਤਿਗੁਰੂ ਸਨ ਤੇ ਉਹਨਾਂ ਨੇ ਆਪਣੇ ਮੁਖਾਰ ਪਿੰਡ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਿਆ, ਕਦੀ ਕੋਈ ਗੈਪ ਨਾ ਪਿਆ, ਨਾ ਕੋਈ ਗੈਪ ਹੈ ਨਾ ਕੋਈ ਹੋਵੇਗਾ। ਕਿਸੇ ਦੀ ਖੁਦ ਕਬੁੱਧ ਹੋ ਜਾਏ ਤਾਂ ਉਹ ਗੈਪ ਸਮਝਦਾ ਫਿਰੇ ਤੇ ਫਿਰ ਉਹਦੇ ਭਾਗ ਨੂੰ। ਪੰਜ ਪਿਆਰੇ ਦੀ ਗੱਲ ਬੜੀ ਸਿੱਧੀ ਜੀ, ਇਹਨੂੰ ਲੰਮਾ ਕਰੋਗੇ ਤੇ ਦੁਖੀ ਹੋਵੋਗੇ। ਪਾਣੀ ਦੇ ਵਿੱਚ ਮਧਾਣੀ ਪਾ ਕੇ ਮੱਖਣ ਕਦੀ ਨਹੀਂ ਨਿਕਲਿਆ। ਜਿਹੜਾ ਬੰਦਾ ਸਰਲੱਥ ਨਹੀਂ ਉਹਨੂੰ ਪੰਜ ਪਿਆਰਾ ਬਣਾ ਦਿਓ, 7 ਪਿਆਰਾ ਬਣਾ ਦਿਓ, 11 ਪਿਆਰਾ ਬਣਾ ਦਿਓ, ਗੱਡੀ ਤੁਹਾਡੀ ਟੁਰਨੀ ਨਹੀਂ, ਭਾਵੇਂ ਤੁਸੀਂ ਜੋ ਮਰਜ਼ੀ ਚ ਕਰੋ। ਇਹ ਜਿਹੜਾ ਤੁਸੀਂ ਡੈਮੋਕ੍ਰੇਟ ਰੂਲ ਕੱਢਿਆ ਇਹ ਤੁਹਾਡੀ ਗੁਲਾਮੀ ਦਾ ਚਿੰਨ੍ਹ ਹੈ, ਇਹ ਤੁਹਾਡੇ ਅੰਨੇਪਣ ਦਾ ਸਬੂਤ ਹੈ ਕਿ ਤੁਸੀਂ ਪਛਾਣ ਹੀ ਨਹੀਂ ਸਕਦੇ ਕਿ ਸਾਰੀ ਧਰਮ ਵਿੱਚ ਪਿਆਰਾ ਕਿਹੜਾ। ਸਾਰਿਆਂ ਨਾਲ ਦੁੱਕੜ ਖੇਡ ਨਹੀਂ, ਇਹ ਕੋਈ ਸਿੱਖੀ ਦਾ ਅਸੂਲ ਨਹੀਂ। ਜਿਉਂ ਦੇਖੇ ਗੁਰਸਿੱਖੜਾ ਤੇ ਉਹਨੂੰ ਲਾਗੋਂ ਪਾਏ ਜੀਓ। ਜਿੱਥੇ ਸਿੱਖ ਨੂੰ ਸਿੱਖ ਮਿਲ ਜਾ ਉਹਦੀ ਆਤਮਾ ਜਾਗ ਪੈਂਦੀ ਹੈ। ਭਾਈ ਸਾਹਿਬ ਕੀਰਤਨ ਪੈ ਕਰਦੇ ਸਨ ਕਿ ਬਗੈਰ ਅੱਖਾਂ ਤੋਂ ਵੇਖਣਾ, ਬਗੈਰ ਕੰਨਾਂ ਤੋਂ ਸੁਣਨਾ, ਬਗੈਰ ਜੀਵਾ ਤੋਂ ਬੋਲਣਾ, ਬਗੈਰ ਪੈਰਾਂ ਤੋਂ ਤੁਰਨਾ, ਇਹ ਕਿਵੇਂ ਹੋਵੇਗਾ ਜਿਸਲੇ ਸਿੱਖਣ ਭਵੀ ਹੋਵੇਗਾ। ਆਪ ਪੜ੍ਹੇ ਲਿਖਿਆ ਨੇ ਵਰਕੇ ਕਾਲੇ ਕਰਨੇ ਨੇ ਰੱਜ ਕੇ ਕਰ ਲਓ, ਉਹਨਾਂ ਦਾ ਕੋਈ ਫਰਕ ਨਹੀਂ ਪੈਣ ਲੱਗਾ। ਲੇਕਿਨ ਕੌਮ ਨੂੰ ਇਹ ਦੱਸੋ ਕਿ ਤੂੰ ਪੰਜ ਪਿਆਰਿਆਂ ਚੋਂ ਛੱਡ ਤੂੰ ਇੱਕ ਪਿਆਰਾ ਤੋਂ ਕਿਵੇਂ ਬਣ ਸਕਣਾ। ਉਹਦੀ ਆਦੀ ਜੁਗਾਦੀ ਔਰ ਉਹਦੀ ਨਬਾਦੀ ਜਿਹੜੀ ਹੈ ਉਹ ਬਦਲ ਦਿਓ। ਉਸ ਨੂੰ ਉਸ ਗੱਲ ਤੋਂ ਗੋਚਰਾ ਨਾ ਕਰੋ, ਉਹਦਾ ਗੋਚਰਾ ਵਿੱਚੋਂ ਅਗੋਚਰ ਪੈਦਾ ਕਰ ਦਿਓ। ਤੁਹਾਨੂੰ ਸਾਰੀ ਉਮਰ ਵਾਸਤੇ ਜਿੱਥੇ ਜਾਓਗੇ ਉੱਥੇ ਸਿੱਖ ਹੀ ਮਿਲਣਗੇ, ਹੋਰ ਮਿਲੇਗਾ ਕੋਈ। ਇਹ ਹੁਣ ਮੈਨੂੰ ਸੱਦ ਤੇ ਬੈਠੇ ਨੇ ਗਲਤੀ ਨਾਲ, ਅਗਲੀ ਵਾਰੀ ਤੇ ਮੈਂ ਸੱਦਣਾ ਨਹੀਂ। ਮੈਨੂੰ ਆਉਣ ਦੀ ਲੋੜ ਕੋਈ ਨਹੀਂ, ਤੁਹਾਨੂੰ ਮੈਨੂੰ ਸੱਦਣ ਦੀ ਲੋੜ। When you talk about my Guru, when you talk about Guru, but when you talk about Sikh Dharma, you look so bad. ਕੱਲ ਜਥੇਦਾਰ ਕਹਿੰਦੇ ਸਨ ਜਦੋਂ ਤੁਸੀਂ ਇੱਥੇ ਆਉਂਦੇ ਹੋ ਉੱਚਾ ਬੋਲਣ ਲੱਗ ਪੈਂਦੇ ਹੋ, ਉੱਥੇ ਬੜੇ ਮਿੱਠੇ ਹੋ। ਪੀੜ ਹੈ, ਦਰਦ ਹੈ, ਵਕਤ ਦੀ ਆਵਾਜ਼ ਹੈ। ਨੌਜਵਾਨ ਮਰਦੇ ਨੇ ਪਏ, ਉਹਨਾਂ ਨੂੰ ਸੋਝੀ ਕੋਈ ਨਹੀਂ ਦੇਣ ਵਾਲਾ, ਕੋਈ ਉਹਨਾਂ ਨੂੰ ਪਿਆਰ ਕਰਨ ਵਾਲਾ ਨਹੀਂ, ਕੋਈ ਗੁਰੋਕੜੀ ਪਾਉਣ ਨੂੰ ਨਹੀਂ ਫਿਰਦਾ ਪਿਆ। ਔਰ ਤੁਸੀਂ ਮੈਨੂੰ ਆਂਦੇ ਚੁੱਪ ਕਰਕੇ ਆ ਕੇ ਇੱਥੇ ਸਰੋਪੇ ਲੈ ਕੇ ਤੁਰ ਜਾ। I'm not going to do that. I want to tell you, if you don't wake up to the essence of Guru Gobind Singh, the father of the, ਤੁਹਾਡਾ ਤਮਾਸ਼ਾ ਦੇਖੋ ਜੀ, ਗੁਰੂ ਨਾਨਕ ਦਾ ਧਰਮ ਹੈ। ਗੁਰੂ ਨਾਨਕ ਨੇ ਅਕਾਲ ਮੂਰਤ ਆਜੂਨੀ ਸਾਹਿਬਾਨ ਗੁਰ ਪ੍ਰਸਾਦ ਤੇ ਗੁਰੂ ਗੋਬਿੰਦ ਸਿੰਘ ਤੁਹਾਨੂੰ ਬਣਾਤਾ, ਇਹ ਜੋ ਹੇਵਾ ਕਿੱਥੇ ਆ ਗਿਆ। ਇਹ ਗਸਤੀ ਚਾਲਾਂ ਦਾ ਧਰਮ ਨਹੀਂ, ਇਹ ਧਰਮ ਆਉਣ ਵਾਲੇ ਯੁੱਗ ਦਾ ਧਰਮ ਹੈ। ਇਸ ਧਰਮ ਨੂੰ ਸਾਰੇ ਧਰਮਾਂ ਮੰਨਿਆ ਹੈ, ਉਸ ਨੂੰ ਮੰਨ ਕੇ ਸਿਰ ਨਵਾ ਕੇ ਜੀਵਨ ਬੀਤਦਾ ਹੈ ਉਹਨਾਂ ਦਾ, ਔਰ ਉਹ ਜਿਉਂਦਿਆਂ ਨੇ ਇਸ ਗੱਲ ਨੇ ਸਾਬਤ ਕਰ ਦਿੱਤਾ ਜਿਹੜਾ ਮੇਰੇ ਸਾਹਿਬ ਨੇ ਕਿਹਾ ਸੀ ਉਹ ਸੱਚ ਹੈ। ਤੁਸੀਂ ਲਿਖੀ ਜਾਓ ਕਿਤਾਬਾਂ, ਜਦੋਂ ਇਹਨਾਂ ਪੜ੍ਹਨੀਆਂ ਨਹੀਂ ਤੁਹਾਡੀਆਂ ਤਾਂ ਫਾਇਦਾ ਕੀ ਹੋਵੇਗਾ। ਤੁਸੀਂ ਤੇ ਉਹ ਕਰਦੇ ਹੋ ਇਹ ਮਾੜੇ ਤੋਂ ਮਾੜਾ ਸਿੱਖ ਚੰਗੇ ਤੋਂ ਚੰਗਾ ਕਿਵੇਂ ਬਣ ਸਕਦਾ, ਸਿੱਖ ਤੋਂ ਸਿੰਘ ਕਿਵੇਂ ਸੱਜ ਸਕਦਾ, ਸਿੰਘ ਤੋਂ ਖਾਲਸਾ ਕਿਵੇਂ ਬਣ ਸਕਦਾ, ਫਿਰ ਉਹ ਇੰਨਾ ਗਦਾਰੀ ਕਿਵੇਂ ਹੋ ਸਕਦਾ। ਉਹ ਵੇਖ ਕੇ ਅਗਲਾ ਝੁਕ ਜਾ। When your presence doesn't work, you don't work. ਜੇ ਤੁਹਾਡੀ ਹੋਂਦ ਦੀ ਖੁਦੀ ਇੰਨੀ ਨਹੀਂ
कि तुसी सतगुरु नूं प्रगट कर सको। 5 प्यारे तो बड़ी बड़ी उच्ची चीज है। ਉਹਦੇ ਕੋਲ ਗੁਰੂ ਚੁੱਕਿਆ। These are the things you must bear in mind in this. I am presiding this seminar today. I want you to understand one thing. You must be respectful, you must be real, and you must be correct. And you must speak with the spiritual Sikh spirit. ਇਹ ਤੁਹਾਡੀ ਵਿਦਵਾਨਤਾ ਹੈ। ਅਸੀਂ ਉਹਨਾਂ ਦੇ ਸਿਰੇ ਚੜਾਂਗੇ, ਨਮਸਕਾਰ ਤੁਹਾਨੂੰ ਕਰਾਂਗੇ। ਜੇ ਤੁਸੀਂ ਸਤਿਗੁਰੂ ਨੂੰ ਵਰਤਦੇ ਹੋਏ ਕੋਈ ਹੌਸਲੇ ਸ਼ੁਰੂ ਕੀਤੇ, ਤੁਹਾਨੂੰ ਉੱਥੇ ਬੰਦ ਕਰ ਦਿੱਤਾ ਜਾਏਗਾ। ਬੋਲੋ ਇਹ ਮੇਰੇ ਕੋਲੋਂ ਇਹ ਕੰਮ ਨਾ ਕਰਾਓ ਤੇ ਚੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੋਗੀ ਜੀ ਨੂੰ ਲੱਗਦਾ ਵੀ ਯੋਗੀ ਜੀ ਤੇ ਚਲੋ ਆਪਾਂ ਨੇ 95 ਕਰੋੜੀ ਨਿਹੰਗ ਸਿੰਘ ਬਾਬਾ ਸੰਤਾ ਸਿੰਘ ਦੇ ਅਵਤਾਰ ਮੰਨ ਲਏ ਇਹਨਾਂ ਨੂੰ। ਇਹ ਤੇਗਾ ਚੁੱਕੀ ਕਰਦੇ ਨੇ, ਕੋਈ ਗੱਲ ਨਹੀਂ, ਤੇਗਾ ਚੁੱਕਣਾ ਹੀ ਚਾਹੀਦਾ। ਤੇ ਜਿਹੜੀ ਗੱਲ ਇਹ ਕਹਿੰਦੇ ਨੇ ਉਹ 'ਚ ਤੇ ਦੋ ਰਾਵਾਂ ਹੀ ਨਹੀਂ ਵੀ ਗੱਲ ਤੇ ਠੀਕ ਹੈ। ਸਿੱਖ ਤੇ ਆਪ ਸਿੱਖ ਹੈ ਤੇ ਦੂਜੇ ਤੇ ਅਸਰ ਪਾ ਸਕੇਗਾ। ਜੇ ਆਪ ਸਿੱਖ ਨਹੀਂ ਤੇ ਗਾਹ ਹੋਣਾ ਕਿਸੇ ਨੂੰ ਕੀ ਦੇਣਾ, ਇਹ ਤੇ ਕੋਈ ਗੱਲ ਹੀ ਨਹੀਂ ਗੀ। ਪਰ ਸਮੱਸਿਆ ਸਾਡੀ ਇਹ ਹੁੰਦੀ ਹੈ ਵੀ ਕੁਝ ਮਸਲੇ ਇਹੋ ਜਿਹੇ ਹੁੰਦੇ ਨੇ ਜਿਹਦੇ ਬਾਰੇ ਬਹਿਸ ਮੁਬਾਸਾ ਕਰਨ ਦੀ ਲੋੜ ਹੁੰਦੀ ਹੈ ਵੀ ਉਹਦੇ ਸਮਾਜਿਕ ਜਿਹੜੇ ਸੋਸ਼ਲ ਤੇ ਪੋਲੀਟੀਕਲ ਐਸਪੈਕਟ ਹੁੰਦੇ ਨੇ ਕਿਸੇ ਇੰਸਟੀਟਿਊਸ਼ਨ ਦੇ। ਕੁਝ ਸੰਸਥਾਵਾਂ ਪ੍ਰਚਲਿਤ ਨੇ, ਉਹ ਇਤਿਹਾਸ ਵੱਲੋਂ ਸਾਨੂੰ ਪ੍ਰਾਪਤ ਹੋਈਆਂ, ਉਹਨਾਂ ਦੀ ਹੁਣ ਰੂਪ ਰੇਖਾ ਕੀ ਹੈ ਤੇ ਅਜੋਕੇ ਯੁੱਗ ਵਿੱਚ ਉਹਨਾਂ ਦੀ ਰੈਲੇਵੈਂਸ ਕਿਵੇਂ ਬਣਾਈ ਜਾਏ। ਉਹ ਸਾਡੀ ਸਮੱਸਿਆ ਹੈ ਵੀ ਯੋਗੀ ਜੀ ਮਹਾਨ ਨੇ, ਜਾਂ ਤੇ ਕਹੀਏ ਕਿ ਆਹ ਸੈਮੀਨਾਰ ਵਗੈਰਾ ਕਰਨੇ ਨਹੀਂ ਚਾਹੀਦੇ, ਤੇ ਜੇ ਇਹਨਾਂ ਨੇ ਉਦਮ ਕਰ ਲਿਆ ਤੇ ਗਲਤੀ ਕਰ ਹੀ ਲਈ ਹੈ ਤੇ ਫਿਰ ਸਾਡੇ ਤੇ ਇੰਨੀ ਕਿਰਪਾ ਕਰਨ ਕਿ ਇਹਨਾਂ ਨੂੰ ਕਰਨ ਦੇਣ ਗੱਲਬਾਤ ਜੋ ਇਸ ਸੰਬੰਧੀ ਉਹ ਆਪਣਾ ਹੁਕਮਨਾਮਾ ਜੋ ਅਖੀਰ ਤੇ ਜਾਰੀ ਕਰਨਾ ਕਰ ਜਾਣ। ਪਰ ਸਾਡੇ ਤੇ ਇੰਨੀ ਕਿਰਪਾ ਜ਼ਰੂਰ ਕਰਨ ਵੀ ਸਾਨੂੰ ਗੱਲਬਾਤ ਕਰ ਲੈਣ ਦੇ ਜੇ ਇਹਨਾਂ ਨੇ ਬੁਲਾ ਲਿਆ ਤੇ ਬਾਕੀ ਤਾਂ ਠੀਕ ਹੈ ਸਿਰ ਮਾਥੇ ਦੇ। ਸੋ ਬਲਵੰਤ ਸਿੰਘ ਢਿੱਲੋਂ ਉਹਨਾਂ ਨੇ ਸਿਧਾਂਤਕ ਤੇ ਇਤਿਹਾਸਿਕ ਪ੍ਰਸੰਗ ਵਿੱਚ 5 ਪਿਆਰਾਂ ਦਾ ਕਾਨਸੈਪਟ ਤੇ ਉਹਦੀ ਐਵੋਲੂਸ਼ਨ ਬਾਰੇ ਗੱਲ ਕੀਤੀ ਸੀ। ਹੁਣ ਪ੍ਰੋਫੈਸਰ ਨਿਰਭੈ ਸਿੰਘ ਉਹਨਾਂ ਨੇ ਕੋਈ ਪ੍ਰਸ਼ਨ ਕਰਨਾ ਸੀ, ਜੇ ਤੁਹਾਨੂੰ ਯਾਦ ਰਹਿ ਗਿਆ ਯੋਗੀ ਸਾਹਿਬ ਦੇ ਆਦੇਸ਼ ਤੋਂ ਬਾਅਦ ਦੇਖ ਲਓ, ਤੇ ਨਹੀਂ ਤੇ ਫਿਰ ਆਪਾਂ ਕੋਈ ਹੋਰ ਅੱਗੇ ਗੱਲ ਬਾਕੀ ਮਾਲਕ ਜਿਵੇਂ ਹੁਕਮ ਕਰਦੇ ਨੇ, ਮੈਂ ਤੇ ਇਹਨਾਂ ਦੇ ਕਹੇ ਤੇ ਗੱਲ ਨਹੀਂ। ਸਾਰੇ ਕਹੋ ਜੋ ਤੁਹਾਡੇ ਮਨ 'ਚ ਕਹੋ ਔਰ ਰੱਜ ਕੇ ਕਹੋ, ਲੇਕਿਨ ਉਸ ਅਦਬ ਵਿੱਚ ਕਹੋ ਜਿਹਦੇ ਵਿੱਚ ਸਤਿਗੁਰੂ ਤੁਹਾਡੇ 'ਚ ਹਾਜ਼ਰ ਨਾਜ਼ਰ ਇੱਥੇ ਜਾਪੇ। ਮੇਰਾ ਹੋਰ ਕੋਈ ਤਕਲੀਫ ਨਹੀਂ, ਨਾ ਹੀ ਮੈਂ ਨਾ ਤੁਸੀਂ ਨਾ ਕਹੋ ਜੀ ਸਦਕੇ, ਰੱਜ ਕੇ ਕਹੋ, ਉੱਚੀ ਆਵਾਜ਼ ਨਾਲ ਕਹੋ। ਲੇਕਿਨ ਇਹ ਮੰਨ ਲਓ ਇਹ ਸਿੱਖੀ ਦਾ ਸੈਮੀਨਾਰ ਹੈ। ਇੱਥੇ ਹਰ ਵੇਲੇ ਭਾਵੇਂ ਹੋਵੇ ਹੀ ਨਾ ਹੋਵੇ ਸਾਡੇ ਮਨਾਂ 'ਚ ਸ੍ਰੀ ਗੁਰੂ ਗ੍ਰੰਥ ਵਸਦਾ। ਇਸ ਕਰਕੇ ਜਿਹੜੀ ਵੀ ਸ਼ਬਦਾਵਲੀ ਵਰਤੋ ਉਸ ਨੂੰ ਇਸ ਤਰ੍ਹਾਂ ਵਰਤੋ ਕਿ ਅਸੀਂ ਆਪ ਵੀ ਪ੍ਰਵਾਨ ਹੋਈਏ ਤੇ ਸਤਿਗੁਰੂ ਦੀਆਂ ਮਿਹਰਾਂ ਲੈ ਸਕੀਏ। ਬੜੀ ਕਿਰਪਾ ਜੀ ਯੋਗੀ ਸਾਹਿਬ। ਜਿੱਥੇ ਤੁਹਾਨੂੰ ਲੱਗੇ ਵੀ ਅਸੀਂ ਇਹ ਬੰਧਨ ਨਹੀਂ ਆਬਜ਼ਰਵ ਕਰ ਰਹੇ, ਤੁਹਾਡੇ ਕੋਲ ਅਧਿਕਾਰ ਹੈ, ਸਾਡੇ ਖੁੰਡਾ ਫੇਰ ਸਕਦੇ ਹੋ ਤੇ ਠੀਕ ਹੈ। ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ ਜੀ ਤੁਸੀਂ ਕੋਈ ਪ੍ਰਸ਼ਨ ਕਰਨਾ ਚਾਹੁੰਦੇ ਹੋ? ਮੈਂ ਥੋੜਾ ਜਿਹਾ ਜਿਗਿਆਸੇ ਤੌਰ ਤੇ ਕੁਝ ਪੁੱਛ ਰਿਹਾ ਹਾਂ। ਉਹ ਇਹ ਹੈ ਕਿ ਤੁਸੀਂ ਆਪਣੇ ਟੌਪ ਦੇ ਵਿੱਚ ਇਹ ਦੱਸਿਆ ਹੈਗਾ ਕਿ 6ਵੇਂ ਪਾਤਸ਼ਾਹ ਸਮੇਂ 5 ਪਿਆਰੇ ਦੀ ਕਨਸੈਪਟ ਆ ਚੁੱਕੀ ਸੀ, ਠੀਕ ਹੈ ਨਾ। ਕਿਉਂਕਿ ਤੁਹਾਡੇ ਟੌਪਿਕ ਦਾ ਸਿਰਲੇਖ ਵੀ ਸਿਧਾਂਤਿਕ ਇਤਿਹਾਸਿਕ ਹੈ। ਉਹ ਗੁਰਬਾਣੀ ਤੇ ਭਾਈ ਗੁਰਦਾਸ ਤੋਂ ਇਲਾਵਾ ਉਹਦਾ ਕੋਈ ਇਤਿਹਾਸਿਕ ਤੁਸੀਂ ਨਾ ਅਥੈਂਟਿਸਿਟੀ ਦੱਸਣ ਦੀ ਕੋਸ਼ਿਸ਼ ਕਰਨਾ। ਦੂਜੀ ਹੈਗੀ ਹੈ ਗੁਰਦਾਸ ਲੋਕ 5 ਪਿਆਰਿਆਂ ਦੀ ਕਹਿੰਦੇ ਬੜਾ ਮਾਡਲ ਕਦਰ ਕ੍ਰੀਏਟ ਕਰ ਰਹੇ ਨੇ ਕਿ ਉਹ ਕਪੂਰ ਸਿੰਘ ਨੇ अपनी प्राचीन प्रश्न की बिगिनिंग में उसने ना 13 उन्हें पहली विसाखी यानी कि खालसी रचना की है। उन्हें भाई कपूर सिंह ने जूलियन कैलेंडर यूज किया है उत्थे और उन्हें 30 मार्च लिखी हैगी है। आम असी यानी कि FGPC सारे सिंह ना 13 अप्रैल को मनाने हैं। ਉਹਦਾ ਰੀਜ਼ਨ ਕੀ ਹੈ? ਜਿਵੇਂ ਕਿ 13 ਦਿਨ ਦਾ ਫਰਕ ਉਸਨੇ ਹਿਸਟਰੀ ਵਿਦਿਆਰਥੀ ਹੋਣ ਕਰਕੇ ਹੁਣ ਪੁੱਛ ਰਹੇ ਹਾਂ ਹਿਸਟੋਰੀਸਿਟੀ 13 ਦਿਨ ਦੀ ਕਿਵੇਂ ਮਿਲਦੀ ਹੈ? ਮੈਂ ਪਹਿਲੀ ਗੱਲ ਤਾਂ ਇੱਥੇ ਪ੍ਰੋਫੈਸਰ ਨਿਰਭੈ ਸਿੰਘ ਜੀ ਹੋਰਾਂ ਨੂੰ ਸਪਸ਼ਟ ਕਰਦੇ ਹਾਂ
ਤੇ ਮੈਂ ਇੱਥੇ ਵਿਸਾਖੀ ਕਿਹਾ 1699 ਦੀ ਵਿਸਾਖ ਦੇ ਮਹੀਨੇ ਦੀ ਪਹਿਲੀ ਤਰੀਕ। ਮੈਂ ਉੱਥੇ ਇਸ ਗੁੰਝ ਵਿੱਚ ਨਹੀਂ ਗਿਆ ਕਿ ਉਹ 30 ਮਾਰਚ ਸੀ 29 ਸੀ। ਇਸ ਵੇਲੇ ਕੈਨੇਡਾ ਨਿਵਾਸੀ ਸਰਦਾਰ ਪਾਲ ਸਿੰਘ ਪੂਰੇਵਾਲ ਨੇ ਖਾਲਸਾ ਜੰਤਰੀ ਗੁਰੂ ਨਾਨਕ ਜੰਤਰੀ ਇੱਕ ਕੈਲਕੂਲੇਟ ਕਰਕੇ ਦੇ ਦਿੱਤੀ ਹੈ, ਤੁਸੀਂ ਉਹਦੇ ਨਾਲ ਕਰੋਸਪੋਂਡਿੰਗ ਡੇਟ ਹੈ ਜਿਹੜੀ ਉਹ ਲੈ ਸਕਦੇ ਹੋ। ਜੇ ਕਿਸੇ ਇਤਿਹਾਸਕਾਰ ਨੇ ਉਹਦੇ 'ਚ ਤੁਹਾਨੂੰ ਪਤਾ ਹੈ ਜੂਲੀਅਸ ਤੇ ਜਾਰਜਨ ਕੈਲੰਡਰ ਸੀ, ਉਹਦੇ ਵਿੱਚ ਮਤਲਬ ਬਾਅਦ ਜ਼ਰੂਰ ਕੈਲੰਡਰ ਸੈੱਟ ਕੀਤਾ ਗਿਆ, 11 ਜਾਂ 12 ਦਿਨ ਦਾ ਫਰਕ ਪਿਆ ਹੈ ਮਤਲਬ ਉਸ ਡੇਟ ਦੇ ਵਿੱਚ। ਇਸ ਕਰਕੇ ਤੁਸੀਂ ਜੇਕਰ ਅਥੈਂਟਿਕ ਡੇਟ ਤੁਸੀਂ ਮਹਿਸੂਸ ਕਰਦੇ ਹੋ ਕਿ ਨਹੀਂ ਅਵੇਲੇਬਲ, ਤਾਂ ਇਸ ਵੇਲੇ ਪਾਲ ਸਿੰਘ ਪੂਰੇਵਾਲ ਹੋਰਾਂ ਨੇ ਬਹੁਤ ਅੱਛਾ ਕੰਮ ਕਰਕੇ, ਬਹੁਤ ਮਿਹਨਤ ਕਰਕੇ ਇੱਕ ਇਸ ਤਰ੍ਹਾਂ ਦੀ ਗੁਰੂ ਨਾਨਕ ਜਯੰਤੀ 500 ਸਾਲਾ ਤਿਆਰ ਕਰ ਦਿੱਤੀ ਹੈ, ਜਿਸ ਤੋਂ ਤੁਸੀਂ ਦੇਸੀ ਤਰੀਕ ਹੈ ਜਿਹੜੀ ਭਾਵੇਂ ਉਹ ਵੱਡੀ ਸੂਬੀ ਦੇ ਨਾਲ ਸੀ ਤੇ ਭਾਵੇਂ ਸਾਡੇ ਸੋਲਰ ਕੈਲੰਡਰ ਦੀ ਹੈ, ਭਾਵੇਂ ਲੂਨਰ ਕੈਲੰਡਰ ਦੀ ਹੈ, ਉਸ ਨੂੰ ਤੁਸੀਂ ਕਰੋਸਪੋਂਡਿੰਗਲੀ ਉਸ ਡੇਟ ਨੂੰ ਨਿਸ਼ਚਿਤ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੋਏਗੀ।